ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ ਹੋ? ਜਿੱਥੋਂ ਮਰਜ਼ੀ ਸ਼ੁਰੂ ਕਰ ਲਓ ਜੀ, ਆਪਾਂ ਤਿਆਰ ਹਾਂ ਜੀ। ਊੜਾ ਹੈੜਾ ਹੀੜੀ ਸੱਸਾ ਬੋਲਣਾ ਕਦੇ ਨਾ ਡੋਲਣਾ। ਜੇ ਅੰਦਰੋਂ ਇਹ ਕਿਤੇ 35 ਪੜ੍ਹੀ ਹੁੰਦੀ, ਇਹ ਕਿਤੇ ਗੁਰਮੁਖੀ ਪੜ੍ਹੀ ਹੁੰਦੀ, ਕਿਤੇ ਕੈਤਾ ਲੈ ਕੇ ਬੈਠੇ ਹੁੰਦੇ, ਕਿਤੇ ਗੁੜਕਾ ਸਾਹਿਬ ਫੜਿਆ ਹੁੰਦਾ ਸਵੇਰੇ ਸ਼ਾਮ ਪ੍ਰਧਾਨਾਂ ਨੇ, ਤੇ ਸਾਡੀ ਕੌਮ ਦਾ ਕੁਝ ਹੋਰ ਹੀ ਚਿਹਰਾ ਮੋਰਾ ਹੋਣਾ ਸੀ। ਪਰ ਚਲੋ ਇਹਨੂੰ ਕਹਿੰਦੇ ਆ ਨੰਗਿਆ ਹੋਣਾ। ਇਹ ਨੰਗੇ ਹੋ ਗਏ ਨੇ ਕਿ ਸਾਡੀ ਕੌਮ ਦੇ ਜਥੇਦਾਰ ਇਹੋ ਜਿਹੇ ਨੇ। ਪੱਟੀ ਸਾਹਿਬ ਮਾਫ ਕਰਨਾ, ਛੋਟੇ ਮੂੰਹ 'ਚ ਵੱਡੀ ਗੱਲ ਕਰਨ ਲੱਗਾ। ਮੈਂ ਉਹ ਮੈਂ ਵਾਲੀ ਗੱਲ ਨਹੀਂ ਗੀ, ਪਰਸਨਲ ਤੌਰ ਤੇ ਜਿਹੜੀ ਉਹ ਬੰਦੇ ਦੀ ਉਹ ਆ। ਸਿੱਖ ਇਤਿਹਾਸ ਦੇ ਪੰਨੇ ਪ੍ਰੋਗਰਾਮ ਜਦੋਂ ਮੈਂ ਕਰਦਾ ਸੀ ਤੇ ਇੱਕ ਸੱਜਣ ਆਏ ਸੀ, ਕਹਿੰਦੇ ਜੀ ਮੈਂ ਕਿਹਾ ਜੀ ਕਿੱਥੋਂ ਬੋਲਦੇ? ਕਹਿੰਦੇ ਜੀ ਮੈਂ ਗੁਰੂ ਘਰ ਚੋਂ ਬੋਲਦਾ। ਬੜੀ ਪੁਰਾਣੀ ਗੱਲ ਹੈ, ਸੰਨ 2000 'ਚ ਮੈਂ ਸ਼ੁਰੂ ਕੀਤਾ ਸੀ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਪੁਰਾਣਾ ਗੱਲ ਕਰਨ ਲੱਗਾ। $10,000 ਦਾ ਸਵਾਲ ਸੀ। ਮੈਂ ਕਿਹਾ ਜੀ ਮੈਨੂੰ ਆਪਣੇ 10 ਗੁਰੂਆਂ ਦੇ ਨਾਂ ਸੁਣਾ ਦਿਓ। 10 ਗੁਰੂਆਂ ਦੇ ਨਾਂ, $10,000। ਉਸ ਵਕਤ ਮੇਰੀ ਕੌਮ ਦੇ ਸਪਾਂਸਰ, ਮੇਰੀ ਕੌਮ ਦੇ ਚਾਹੁਣ ਵਾਲੇ ਤੇ ਸਾਡੇ ਰੰਗਲਾ ਪੰਜਾਬ ਦੇ ਦਰਸ਼ਕ ਸਰੋਤੇ ਜਿਹੜੇ ਨੇ ਸੁਣਦੇ ਹੋਣਗੇ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਇੱਕ ਜਜ਼ਬਾ ਹੁੰਦਾ ਸੀ ਸਪਾਂਸਰ ਕਰਨ ਵਾਸਤੇ ਵੀ ਇਹੋ ਜਿਹੀ ਚੀਜ਼ਾਂ ਨੂੰ। ਪਰ ਹੁਣ ਨਗਾਰ ਇੰਨਾ ਆ ਗਿਆ ਕਿ ਚੋਰ ਚੱਕਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਲੱਚਰਤਾ ਪ੍ਰਮੋਟ ਕੀਤੀ ਜਾ ਰਹੀ, ਲੱਚਰਤਾ ਸ਼ੇਅਰ ਕੀਤੀ ਜਾ ਰਹੀ, ਲੱਚਰਤਾ ਟਾਕ ਸ਼ੋ ਜਿਹੜੇ ਲੱਚਰਤਾ ਧੀਆਂ ਭੈਣਾਂ ਦੀ ਜਿਹੜੀ ਲਿਆ ਕੇ ਉਹਨਾਂ ਨੂੰ ਸ਼ੇਅਰ ਕਰਨ ਵਾਲੇ ਭੁੱਲ ਜਾਂਦੇ ਨੇ ਕਿ ਸਾਡੇ ਘਰ ਵੀ ਇਹ ਜੰਮੀਆਂ ਨੇ, ਕੱਲ੍ਹ ਨੂੰ ਇਹੋ ਜਿਹੇ ਕਿਸੇ ਨੇ ਇਹਨਾਂ ਦੇ ਕੋਲੋਂ ਗਲਤੀ ਹੋ ਗਈ ਤੇ ਅੱਜ ਇਹ ਤੁਹਾਡੇ ਨਾਲ ਬੈਠੇ ਨੇ, ਕੱਲ੍ਹ ਕਿਸੇ ਹੋਰ ਨਾਲ ਵੀ ਬੈਠੇ ਹੋ ਸਕਦੇ ਨੇ ਤੇ ਉਹ ਉਹਨਾਂ ਨੂੰ ਵੀ ਇੰਟਰਵਿਊ ਕਰ ਸਕਦੇ ਨੇ। ਇਹੋ ਜਿਹੀ ਗੱਲ ਸ਼ੇਅਰ ਕੀਤੀ ਜਾ ਰਹੀ ਹੈ, ਬੜੀ ਵੱਡੀ ਮਤਲਬ ਇੱਕ ਤਰਾਸਦੀ ਹੈ। ਇਹੋ ਜਿਹੀ ਚੀਜ਼ ਸ਼ੇਅਰ ਨਹੀਂ ਕੀਤੀ ਹੈ। 10 ਗੁਰੂਆਂ ਦੇ ਨਾਂ ਨਹੀਂ ਸੀ ਬੋਲ ਸਕਿਆ, 7ਵੇਂ 8ਵੇਂ ਦੇ ਅੜ ਗਿਆ। ਮੈਂ ਕਿਹਾ ਅਰਦਾਸ ਹੀ ਪੜ੍ਹ ਲੈਣੋ ਬਾਈ, ਤੁਸੀਂ ਕਹਿ ਰਹੇ ਮੈਂ ਗੁਰੂ ਘਰ 'ਚੋਂ ਬੋਲਿਆ। ਔਨ ਰੈਕਡ ਹੈ ਰੰਗਲਾ ਪੰਜਾਬ ਦੇ ਵਿੱਚ। ਤੇ ਇਹਨਾਂ ਨੂੰ ਜੇਕਰ ਤੁਸੀਂ, ਮੈਂ ਉਦੋਂ ਵੀ ਕਿਹਾ ਸੀ ਕਿ ਗੁਰੂ ਘਰ ਦੇ ਜਿੰਨੇ ਪ੍ਰਬੰਧਕ ਨੇ ਇੱਥੇ ਵਿਦੇਸ਼ਾਂ ਦੇ ਵਿੱਚ, ਉਦੋਂ ਵੀ ਬੜਾ ਵਿਰੋਧ ਹੋਇਆ ਸੀ ਵੀ ਇਹਨਾਂ ਨੂੰ ਕਿਤੇ ਮੇਰੇ ਵਰਗੇ ਬੰਦੇ ਨੂੰ ਇਹ ਪ੍ਰਧਾਨ ਥਾਪਦੇ ਨਾ, ਜਦੋਂ ਬੀਬੀ ਜਗੀਰ ਕੌਰ ਨੂੰ ਥਾਪਿਆ ਸੀ ਜਾਂ ਉਦੋਂ ਮਤਲਬ 2-4 ਹੋਰ ਸੀ, ਵੀ ਇਹਨਾਂ ਕੋਲ ਵੀ ਇੱਕ ਬੰਦੇ ਨੇ ਤੁਹਾਡੇ ਕੋਲ 5 ਸਵਾਲ ਪੁੱਛਣੇ ਨੇ, ਕੋਈ ਨਾਲ ਤੁਹਾਡੇ ਨਹੀਂ ਆਵੇਗਾ। ਜਿਵੇਂ ਕੈਪਟਨ ਸਾਹਿਬ ਨੇ ਕਹਿ ਦਿੱਤਾ ਸੀ ਨਾ ਜਾਖੜ ਸਾਹਿਬ ਨੂੰ ਕਿ ਹੁਣ ਬਾਹਰ ਰੱਖ ਕੇ ਆਓ, ਇਵੇਂ ਤੁਹਾਡੇ ਸਾਰੇ ਬੰਦੇ ਬਾਹਰ ਬੈਠੇ ਹੋਣਗੇ, ਸਵਾਲ 10 ਹੋਣਗੇ, ਉਹਨਾਂ 10 'ਚੋਂ 5 ਸਹੀ ਕਰਨੇ ਤੇ ਤੁਸੀਂ ਪ੍ਰਧਾਨ ਬਣ ਜਾਓ। ਇਹਨਾਂ 10 'ਚੋਂ 10 ਹੀ ਨਹੀਂ ਆਉਣਗੇ ਇਹਨਾਂ ਨੂੰ। ਸੋ ਐਨੀਵੇ ਮਨਜਿੰਦਰ ਸਿਰਸੇ ਤੇ ਆ ਜਾਂਦੇ ਵਾਪਸ। ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ ਚੋਣ ਪ੍ਰਕਿਰਿਆ ਵਿੱਚੋਂ ਆਊਟ ਕਰਨ ਉਪਰੰਤ ਮੁੜ ਉੱਚ ਜਾਂਚ ਦਾ ਕੀਤਾ ਐਲਾਨ। ਕੀ ਯਾਰ ਤੁਸੀਂ ਚਾਹੁੰਦੇ ਹੋ? ਕਿੰਨਾ ਕੁ ਤੁਸੀਂ ਆਪ ਜਲੀਲ ਹੋਣਾ, ਕਿੰਨਾ ਕੁ ਕੌਮ ਨੂੰ ਕਰਨਾ ਤੁਸੀਂ ਸਿਰਫ ਇੱਕ ਚੌਧਰ ਦੀ ਖਾਤਰ? ਕੰਗਾਲਤਾ ਤੁਹਾਡੇ ਸਾਹਮਣੇ ਆ ਗਈ, ਸਾਹਮਣੇ ਬਾਹਰ ਆ ਗਈ ਹੈ ਅਕਾਲੀ ਦਲ ਦੀ ਪੰਜਾਬੀ ਭਾਸ਼ਾ ਪ੍ਰਤੀ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਤੁਸੀਂ ਕੰਗਾਲਤਾ ਦੀ ਗੱਲ ਕੀਤੀ ਹੈ ਵੀ ਇਹੀ ਅਕਾਲੀ ਦਲ ਸੀਗਾ ਜਿਹੜੇ ਪੰਜਾਬ ਵਿੱਚ ਪੰਜਾਬੀ ਤੇ ਪੰਜਾਬੀ ਦੀ ਗੱਲ ਕਰਦੇ। ਅੱਜ ਜੇ ਉਹਨਾਂ ਦੇ ਜਨਰਲ ਸੈਕਟਰੀ ਨੂੰ, ਉਹਨਾਂ ਦੇ ਬੁਲਾਰੇ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਕਾਹਦਾ ਫਿਰ ਅਕਾਲੀ ਦਲ ਰਹੇਗਾ? ਕੀ ਸੁਖਬੀਰ ਸਿੰਘ ਬਾਦਲ ਉੱਤੇ ਕੋਈ ਐਕਸ਼ਨ ਲਵੇਗਾ? ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਕਿ ਉਹਨੂੰ ਝਾੜ ਪਾਉਂਦਾ ਵੀ ਜਦੋਂ ਪੰਜਾਬੀ ਨਹੀਂ ਆਉਂਦੀ ਤੂੰ ਕਾਹਦਾ ਕਰਨੀ ਹੈ? ਫਿਰ ਇੱਕ ਤੂੰ ਗੁਰਬਾਣੀ ਨੇ ਤੈਨੂੰ ਪੰਨਾ ਦੇਤਾ ਪੜ੍ਹ ਕੇ ਖੜੇ, ਤੂੰ ਕਹ ਜੀ ਮੈਂ ਨਹੀਂ ਪੜ੍ਹ ਸਕਦਾ। ਲਿਖ ਕੇ ਦੇਤਾ, ਤੂੰ ਲਿਖਿਆ ਨਹੀਂ ਸਕਿਆ। ਤੂੰ ਕਰੋ 46 ਸ਼ਬਦ ਲਿਖ ਕੇ ਗਿਆ ਤੇ 27 ਤੇਰੇ ਗਲਤ ਨਿਕਲੇ। ਇਸ ਕਰਕੇ ਚਲੋ ਹੁਣ ਤੁਸੀਂ ਬੱਸ ਕਰ ਜਾਓ, ਠੱਪ ਕਰ ਦਿਓ ਵੀ ਜੋ ਗਿਆ ਠੀਕ। ਤੁਸੀਂ ਕਹਿੰਦੇ ਮੈਂ ਹਾਇਰ ਕੋਰਟ ਚ ਆਊਂ, ਇਹਦਾ ਮਤਲਬ ਇਹਦੇ ਜਲੀਲ ਹੋਣ ਦੀ ਕਸਰ ਬਾਕੀ ਵੀ ਰਹੇਗੀ। ਪਹਿਲੀ ਗੱਲ ਤੇ ਇਹ ਆ, ਸਰਸਾ ਸਾਹਿਬ ਨੂੰ ਉਸੇ ਦਿਨ ਹੀ ਵਿਦਡਰਾ ਕਰ ਜਾਣਾ ਚਾਹੀਦਾ ਸੀ ਵੀ ਮੇਥੋਂ ਮੈਂਡੇਟ ਮੇਰੇ ਲੋਕਾਂ ਨੇ ਖੋਹ ਲਿਆ ਵਾ, ਮੇਰੇ ਇਲਾਕੇ ਦੇ ਖੋਲਿਆ, ਮੈਂ ਕਾਬਲ ਨਹੀਂ, ਮੈਂ ਬਿਲਕੁਲ ਇਲੈਕਸ਼ਨ ਨਹੀਂ ਲੜੂੰਗਾ, ਬਿਲਕੁਲ ਨਹੀਂ ਹੋਊਗਾ।
ਇਹਨਾਂ ਦੇ ਵਿੱਚ ਇੱਕ ਭਜਨ ਸਿੰਘ ਵਾਲੀਆ ਨੇ, ਅੱਜ ਕੱਲ੍ਹ ਅਕਾਲੀ ਦਲ ਬਾਦਲ ਦੇ ਵਿੱਚ 2 ਕੇ 3 ਵਾਰੀ ਸਰਨਾ ਸਾਹਿਬ ਦੇ ਨਾਲ ਮੈਂਬਰ ਬਣੇ ਨੇ। ਮੈਂਬਰ ਬਣ ਤੋਂ ਬਾਅਦ 2 ਵਾਰੀ ਹਾਰਨ ਤੋਂ ਬਾਅਦ ਉਹਨਾਂ ਨੇ ਐਲਾਨ ਕਰਤਾ, ਸਰਨਾ ਸਾਹਿਬ ਨੂੰ ਕਹਿਤਾ ਕਿ ਆਪਾਂ ਨੂੰ ਕੋਈ ਅਧਿਕਾਰ ਨਹੀਂ ਆਪਾਂ ਨੂੰ ਇਲੈਕਸ਼ਨ ਲੜੀ, ਕਿ ਆਪਾਂ ਨੂੰ ਲੋਕਾਂ ਨੇ 2 ਵਾਰੀ ਰਾਤ ਤੱਕ, ਤੀਜੀ ਵਾਰੀ ਪਰ ਕਿਉਂ ਲੋਕਾਂ ਕੋਲ ਜਾਈਏ? ਨਹੀਂ, ਲੋਕ ਸਾਨੂੰ ਪਸੰਦ ਕਰਦੇ। ਇੱਕ ਵੀ ਜੱਟਾ, 2 ਵੀ ਜੱਟਾ, ਤੀਜੀ ਵਾਰੀ ਪਿਆ ਘਟਾ। ਤੇ ਸਰ ਨੇ ਵੀ ਚਲੋ ਐਤਕੀ ਜਿੱਤ ਕੇ ਵੱਖਰੀ ਗੱਲ ਜੇ ਹਾਰ ਜਾਂਦੇ ਤੇ ਵਾਕਿਆ ਹੀ ਸੱਚ ਨੇ ਕਹਿਣਾ ਸੀ ਪਹਿਲਾਂ ਵੱਡੇ ਨੂੰ 2 ਵਾਰੀ ਆਇਆ ਕਿ ਛੋਟੇ ਨੂੰ ਰਾਤਾ ਜਾਂਦਾ ਸਵਾਬ ਨਾਲ ਜਿੱਤ ਗਏ। ਲੇਕਿਨ ਉਸ ਬੰਦੇ ਦੀ ਮੈਨੂੰ ਗੱਲ ਬੜੀ ਪਸੰਦ ਆਈ ਕਿ 2 ਵਾਰੀ ਲੋਕਾਂ ਨੇ ਸਾਨੂੰ ਮੈਂਡੇਟ ਨਹੀਂ ਦਿੱਤਾ ਤੇ ਸਾਨੂੰ ਕੋਈ ਅਧਿਕਾਰ ਨਹੀਂ ਤੀਜੀ ਵਾਰੀ ਜਾ ਕੇ ਇਲੈਕਸ਼ਨ ਲੜਨ। ਤੇ ਸਰਸਾ ਸਾਹਿਬ, ਤੁਹਾਨੂੰ ਮੁਝੇ ਲੋਕਾਂ ਨੇ ਮੈਂਡੇਟ ਨਹੀਂ ਦਿੱਤਾ, ਤੁਸੀਂ ਕੋਆਪਰੇਟ ਨਹੀਂ ਹੋ ਸਕੇ, ਤੁਹਾਨੂੰ ਪੰਜਾਬੀ ਨਹੀਂ ਆਉਂਦੀ, ਤੁਸੀਂ ਜਾ ਕੇ ਟੈਸਟ ਤੋਂ ਫੇਲ ਹੋ ਗਏ ਤੇ ਅਜੇ ਹੋਰ ਦਲੀਲ ਆਪ ਵੀ ਨਾ ਹੋ ਤੇ ਕੌਮ ਨੂੰ ਨਾ ਕਰਾਓ। ਕੀ ਕਹੋਗੇ ਜਾ ਕੇ? ਉਹ ਅਕਾਲੀ ਦਲ ਜਿਹਨੇ ਪੰਜਾਬੀ ਵਾਸਤੇ ਮੋਰਚੇ ਲਏ ਸੀ, ਪੰਜਾਬੀ ਕੰਪਲਸਰੀ ਹੋਣੀ ਚਾਹੀਦੀ, ਲక్ష్మణ ਸਿੰਘ ਗਿੱਲ ਪੰਜਾਬੀ ਪਰ ਕੰਪਲਸਰੀ ਕਹੀ ਸੀ ਆਪਣੀ ਸਰਕਾਰ ਦੇ ਵਿੱਚ, ਪੰਜਾਬ ਜਨਤਾ ਪਾਰਟੀ ਬਣਾਈ ਸੀ ਉਹਨੇ, ਤੁਹਾਡੇ ਤੋਂ ਵੱਖ ਹੋ ਕੇ ਉਹਨੇ ਲੜੀ ਸੀ ਜੰਗ। ਕਾਕਾ ਇੰਦਰਜੀਤ ਦੀਆਂ ਰੂਹਾਂ ਰੋਂਦੀਆਂ ਹੋਣੀਆਂ ਨੇ। ਉਹ ਮੋਗੇ ਦਾ ਰਹਿਣ ਵਾਲਾ ਸੀ, ਉੱਧਰ ਗਿਆ ਸੀਗਾ, ਛੋਟਾ ਜਿਹਾ ਸੀਗਾ, ਸਿਰਫ ਜਜ਼ਬਾ ਸੀ ਪੰਜਾਬੀ ਸੂਬਾ ਜਿੰਦਾਬਾਦ। ਤੇ ਉਸ ਵਕਤ ਆਈ ਥਿੰਕ ਹਰਿਆਣੇ ਦੇ ਲਾਗੇ ਪਹਿਲਾਂ ਨੂੰ ਕੁੱਟਿਆ ਗਿਆ, ਉਹਦੀ ਬਾਂਹ ਤੋੜੀ ਗਈ, ਬਾਂਹ ਕੱਟੀ ਗਈ, ਫਿਰ ਚੱਕ ਕੇ ਉਹਨਾਂ ਜਲਾਦਾਂ ਨੇ ਚੱਕ ਕੇ ਖੂਹ ਸੁੱਟ ਦਿੱਤਾ। ਮੈਂ ਉਦੋਂ ਵੀ ਟਾਕ ਸ਼ੋ ਕੀਤਾ ਸੀ ਜਦੋਂ ਇੱਕ ਨੰਨੇ ਜਿਹੇ ਬੱਚੇ ਨੂੰ ਕੱਢਿਆ ਗਿਆ ਸੀਗਾ ਬੋਰਿੰਗ ਦੇ ਵਿੱਚੋਂ, ਤੇ ਸਾਰਾ ਮੀਡੀਆ ਲਾਲਾ 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 ਕਰਦਾ ਪਿਆ ਸੀਗਾ। ਉਦੋਂ ਵੀ ਮੈਂ ਗੱਲ ਕਹੀ ਸੀਗੀ, ਮੈਂ ਕਿਹਾ ਇੱਕ ਉਹ ਵੀ ਇੰਦਰਜੀਤ ਸੀਗਾ ਜਿਹਨੂੰ ਖੂਹ ਦੇ ਵਿੱਚ ਸੁੱਟਿਆ ਗਿਆ, ਸਿਰਫ ਪੰਜਾਬੀ ਸੂਬਾ ਜਿੰਦਾਬਾਦ। ਤੇ ਮਹਿਜ ਉਹਦੀ ਉਮਰ 8 ਕੇ 9 ਸਾਲ ਦੀ ਹੈ। ਉਹ ਪੰਜਾਬੀ ਸੂਬੇ ਦਾ ਪਹਿਲਾ ਸ਼ਹੀਦ ਨੰਨਾ ਬੱਚਾ ਅੱਜ ਕਰਲਾਉਂਦਾ ਹੋਊਗਾ, ਲਾਉਂਤਾਂ ਪਾਉਂਦਾ ਹੋਊਗਾ। ਮੈਂ ਆਪਣੀ ਬਚਪਨ ਤੋਂ ਲੈ ਕੇ ਜਵਾਨੀ ਦਾ ਮੈਂ ਪਤਾ ਨਹੀਂ ਕੀ ਹੋਣਾ ਸੀ, ਇਹਨਾਂ ਮਗਰ ਲਾ ਕੇ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ, ਆਪਣੀ ਤਾਂ ਆਪਣੀ ਮਾਂ ਦੀ, ਪਿਓ ਦੀ, ਭੈਣ ਭਰਾਵਾਂ ਦੀ। ਲਾਹਨਤਾਂ ਪਾਉਂਦਾ ਹੋਊਗਾ ਵੀ ਆਹ ਵਾ ਜਿਹੜੇ ਪੰਜਾਬੀ ਸੂਬੇ ਵਾਸਤੇ ਮੋਰਚਾ ਲਾਉਂਦੇ, ਪੰਜਾਬੀ ਮਾਂ ਬੋਲੀ ਵਾਸਤੇ, ਤੇ ਗੁਰੂਆਂ ਦੇ ਇਹ ਸੇਵਾਦਾਰ ਖਵਾਉਂਦੇ, ਕਹਿੰਦੇ ਕਿ ਅਸੀਂ ਸੇਵਾ ਸੰਭਾਲਣੀ ਗੁਰਦੁਆਰਾਂ ਦੀ। ਹੁਣ ਤੁਹਾਨੂੰ ਅਗਲੀ ਦੱਸਾਂਗੀ ਗੱਲ ਜਿਹੜੀ ਅੱਜ ਘਟਨਾ ਵਾਪਰਨ ਵਾਲੀ ਹੈ। ਅੱਜ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ, ਜਿਹਨੂੰ ਅੰਤਰਿਮ ਕਮੇਟੀ ਕਹਿੰਦੇ, ਉਹਦੀ ਮੀਟਿੰਗ ਅੰਮ੍ਰਿਤਸਰ ਦੇ ਵਿੱਚ। ਅੱਜ ਵਿਰੋਧੀ ਧਿਰ ਦੇ 2 ਬੰਦੇ ਬਕਾਇਦਾ ਤੌਰ ਤੇ ਆਪਣਾ ਨੋਟ ਦੇਣਗੇ, ਨੋਟ ਦੇਣਗੇ, ਸਾਨੂੰ ਇਹ ਦੱਸਿਆ ਜਾਵੇ ਭਾਈ ਪਿਛਲੀ ਮੀਟਿੰਗ ਕਿਹੜੀ ਗੱਲ ਸਰਚ ਨੂੰ ਨੋਮੀਨੇਟ ਕਰਨ ਵਾਸਤੇ ਹੋਈ ਸੀ, ਵਿਖਾਓ ਏਜੰਡਾ ਕਿੱਥੇ ਆ। ਜਦੋਂ ਉਹ ਗੱਲ ਚੱਲੇਗੀ ਤੇ ਫਿਰ ਪੰਜਾਬੀ ਦੀ ਗੱਲ ਚੱਲੇਗੀ ਤੇ ਬੀਬੀ ਜਗੀਰ ਕੌਰ ਦੇ ਦਾਮਾਦ ਉਸੇ ਵੇਲੇ ਨਵੇਂ ਬੰਦੇ ਦਾ ਨਾਮ ਲਿਖ ਕੇ ਭੇਜ ਦੇ, ਸੱਚਾ ਪਾਸੇ ਰੱਖੇ ਦੀ ਲੋੜ ਨਹੀਂ ਸਮਝੀ। ਪਰ ਨਹੀਂ, ਬੀਬੀ ਜੀ ਨੇ ਚੋਣ ਵੀ ਲੈਣੀ ਆ, ਟਿਕਟ ਵੀ ਸੁਖਬੀਰ ਸਿੰਘ ਬਾਦਲ ਕੋਲ ਲੈਣੀ ਆ, ਅਗਲੀ ਪ੍ਰਧਾਨਗੀ ਵੀ ਲੈਣੀ ਆ। ਉਹ ਤੇ ਉਹ ਕਰਨਗੇ ਜੋ ਆਕਾ ਦਾ ਹੁਕਮ ਹੋਏ। ਕੋਈ ਜ਼ਮੀਰ ਵਾਲੀ ਗੱਲ ਕੋਈ ਨਹੀਂ ਹੈਗੀ ਕਿਸੇ ਦੀ। ਲੇਕਿਨ ਉਹ 2 ਮੈਂਬਰ ਜਿਹੜੇ ਜਾ ਕੇ ਦਿੱਲੀ ਲਿਖ ਕੇ ਦੇ ਕੇ ਆਏ ਆ ਵੀ ਇਹ ਵੇਖੋ ਜੀ, ਜੇ 23 ਤਰੀਕ ਦੀ ਮੀਟਿੰਗ ਦੇ ਵਿੱਚ ਸਰਸੇ ਬਾਰੇ ਕੋਈ ਮੁੱਦਾ ਵਿਚਾਰਿਆ ਨਹੀਂ ਗਿਆ, ਆਹ ਸਾਡਾ ਏਜੰਡਾ ਜੇ ਵਿਖਾ ਦਿਓ ਤੇ ਮੱਦ ਹੈਗੀ ਆ। ਪਾਟੀ ਸਾਹਿਬ ਜੀ ਉਹ ਮੁੱਕਰ ਗਏ ਤੇ ਅਸੀਂ ਕਿਹਾ ਹੀ ਨਹੀਂ, ਉਹ ਪਹੁੰਚੇ ਹੀ ਨਾ। ਜੇ ਉਹਨਾਂ ਨੇ ਗੱਲ ਹੀ ਨਾ ਉਠਾਈ ਤੇ ਫੇਰ ਦੂਜਾ ਪਾਸਾ ਦੇ ਵੀ ਹੈ। ਬਿਲਕੁਲ ਪਹੁੰਚਣਗੇ ਜੀ, ਚਲੋ ਡੈਫੀਨੇਟਲੀ ਪਹੁੰਚਣਗੇ। ਠੀਕ ਆ। ਜਿਹੜੇ ਜਿੰਨੇ ਜਾ ਕੇ ਦਿੱਲੀ ਜਾ ਕੇ ਲਿਖ ਕੇ ਦੇ ਸਕਦੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਕਿ ਭਾਈ ਆਹ ਆਮਦ ਨਹੀਂ ਹੈਗੀ, ਬਿਲਕੁਲ ਇਹ ਨਹੀਂ ਵਿਚਾਰਿਆ ਗਿਆ ਮੁੱਦਾ, ਕਿਵੇਂ ਨੋਮੀਨੇਟ ਹੋ ਜੂ, ਉਹ ਕਿਉਂ ਨਹੀਂ ਪਹੁੰਚਣਗੇ? ਉਦੋਂ ਮੈਂ ਕੋਸ਼ਿਸ਼ ਕੀਤੀ ਸੀ, ਮਿੱਠੂ ਸਿੰਘ ਕਾਨੇ ਕੀਤੀ ਆਪਣੀ ਫੋਨ ਤੇ ਗੱਲ ਕਰਾਉਂਦੀ, ਲੇਕਿਨ ਉਹਦਾ ਫੋਨ ਬਾਰ-ਬਾਰ ਕੱਟੀ ਜਾਣ ਡਿਆ ਸੀ, ਪ੍ਰੋਬਲਮ ਦੀ ਗੱਲ ਕਰਾਈ ਜਾਂਦਾ ਸੀ। ਉਹ ਕਹਿੰਦਾ ਕਿ ਮੈਂ ਦਿੱਲੀ ਜਾ ਰਿਹਾ ਇਸ ਵਾਰ। ਇਸ ਕਰਕੇ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਫਿਰ ਵੀ ਤੁਸੀਂ ਜੱਫਾ ਮਾਰਦੇ ਹੋ ਤੇ ਤੁਹਾਨੂੰ ਪ੍ਰਧਾਨਗੀ ਨਹੀਂ ਮਿਲਦੀ, ਤੇ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਵਾ? ਉਹ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ, ਉਹ ਸੰਗਤ ਕਹੇਗੀ ਜੀ, ਲੋਕ ਪੁੱਛਣਗੇ ਸਵਾਲ ਤੁਹਾਨੂੰ। सी जी हमारे 1320 मीटर बैंड रेडियो प्रोग्राम रंगला पंजाब सेवा करनी है,
ਸੇਵਾ ਤਾਂ ਗੁਰੂ ਘਰ ਜਾ ਕੇ ਤੁਸੀਂ ਸਵੇਰੇ ਸ਼ਾਮ ਭਾਂਡੇ ਮਾਰ ਕੇ ਬਰਤਨ ਸਾਫ਼ ਕਰਕੇ ਵੀ ਕਰ ਸਕਦੇ ਹੋ, ਪਰ ਇਸ ਸੇਵਾ ਦੇ ਵਿੱਚ ਕੋਈ ਚੋਖਾ ਮੇਵਾ ਮਿਲਦਾ ਤਾਂ ਹੀ ਹੈ ਨਾ, ਚੋਖਾ ਮੇਵਾ ਮਿਲਦਾ ਤਾਂ ਹੀ ਆ। ਵੈਸੇ ਐਗਜ਼ਾਮਪਲਾਂ ਬਣੀਆਂ ਨੇ ਮੇਰੇ ਕੋਲ, ਗਿੱਟੇ ਗੋਡੇ ਲੱਗਣੀਆਂ ਨੇ ਇਹਨਾਂ ਦੇ ਇੱਥੇ ਵੀ ਤੇ ਉੱਥੇ ਵੀ। ਇਹੋ ਜਿਹੀ ਐਗਜ਼ਾਮਪਲ ਆ ਕਿ ਜੇ ਮੈਂ ਇਹ ਵੇਲੇ ਸਿੱਧੂ ਵਾਂਗੂ ਠੋਕੋ ਤਾਲੀ ਕਹਿ ਦਿੱਤੀ ਤੇ ਸੱਤੀ ਕੱਪੜੀ ਅੱਗ ਲੱਗ ਜਾਣੀ ਹੈ, ਮੂੰਹ ਨੂੰ ਲੱਗ ਜਾਵੇ ਨਾ ਖੂਨ, ਬਸ ਇੰਨਾ ਹੀ ਬੜਾ। ਬਾਕੀ ਤੁਸੀਂ ਆਪ ਸੋਚੀ ਚੱਲੋ ਕੀ ਕਹਿਣਾ ਮੈਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੈਦਰ ਗਿਆਨੀ ਰਘਬੀਰ ਸਿੰਘ ਨੂੰ ਪਿਆ ਦਿਲ ਦਾ ਦੌਰਾ, ਜਲੰਧਰ ਦੇ ਹਸਪੀਟਲ ਦੇ ਵਿੱਚ ਦਾਖਲ ਨੇ ਜਨਾਬ। ਕੀ ਸਥਿਤੀ ਹੈ ਹੁਣ ਇਸ ਵਕਤ ਉਹਨਾਂ ਦੀ? ਸਥਿਤੀ ਸੀਰੀਅਸ ਹੈ। ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ ਰਹਿੰਦੇ, ਹੈਡ ਗ੍ਰੰਥੀ ਰਹਿੰਦੇ ਇਸ ਵਾਰ। ਸੈਂਸਿਟਿਵ ਕਿਸਮ ਦੇ ਬੰਦੇ ਨੇ, ਨਾਜ਼ੁਕ ਦੀ ਜਿਹੜੀ ਆਪਣੀ ਰੂਹ ਰੱਖਦੇ ਨੇ, ਸੁਭਾਅ ਰੱਖਦੇ ਨੇ ਨਾਜ਼ੁਕ। ਬੇਸਿਕਲੀ 13 ਸਤੰਬਰ ਨੂੰ ਜਿਹੜੀ ਘਟਨਾ ਵਾਪਰੀ ਆ, ਜਥੇਬੰਦੀਆਂ ਨੇ ਕਿਹਾ ਜਥੇਦਾਰ ਅਸਤੀਫਾ ਦੇਵੇ, ਮੈਨੇਜਰ ਨੂੰ ਤੇ ਜਿਹੜਾ ਤੁਹਾਡਾ ਹੈਡ ਗ੍ਰੰਥੀ ਨੂੰ ਨੌਕਰੀ ਦੇ ਕੋਲੋਂ ਇਹਨਾਂ ਨੂੰ ਇਹ ਕੰਮ ਹੀ ਬੈਠੇ। ਲੇਕਿਨ ਇਹ ਤੇ ਕੰਮ ਨਹੀਂ ਕੀਤਾ। ਲੇਕਿਨ ਹਰਗਬੀਰ ਸਿੰਘ ਹੋਰਾਂ ਨੇ ਗੱਲ ਕਹਿਤੀ ਸੀ ਵੀ ਜੇ ਮੇਰੇ ਅਸਤੀਫੇ ਨਾਲ ਬੇਅਦਬੀਆਂ ਰੁਕਦੀਆਂ ਤੇ ਮੈਂ ਅਸਤੀਫਾ ਦੇਣ ਲਈ ਤਿਆਰ। ਸਭ ਨੂੰ ਪਤਾ ਬੇਅਦਬੀਆਂ ਨਹੀਂ ਰੁਕਣੀਆਂ ਜਿੰਨੇ ਤੁਸੀਂ ਪ੍ਰੋਪਰ ਪ੍ਰਬੰਧ ਨਾ ਕੀਤੇ। ਪ੍ਰੋਪਰ ਪ੍ਰਬੰਧ ਕਰਨੇ ਪਾਸੇ ਬਿਲਕੁਲ ਨਹੀਂ ਆ ਰਹੇ ਸੀ, ਨਾ ਸੀ ਕਰਨੇ। ਬਿਲਕੁਲ। ਆਮ ਗੁਰਦੁਆਰੇ ਦੀ ਕਹਾਣੀ ਛੱਡੋ ਤੇ ਤਖਤਾਂ ਦੇ ਵਿੱਚ ਇਹੋ ਜਿਹੇ ਹਰਿਮੰਦਰ ਸਾਹਿਬ ਦੇ ਵਿੱਚ, ਕੇਸਗੜ੍ਹ ਸਾਹਿਬ ਦੀ ਘਟਨਾਵਾਂ ਵਾਪਰ ਜਾਂਦੀਆਂ ਤੇ ਫਿਰ ਬਸ ਇਹ ਆਪਣਿਆਂ ਤੇ ਤਲਵਾਰਾਂ ਕੱਢਣ ਜੋਗੀ ਨੇ। ਜਿਹੜਾ ਉੱਥੇ ਕੋ ਆ ਕੇ ਕੋਈ ਸਿੱਖੀ ਦੀ ਗੱਲ, ਜਜ਼ਬੇ ਦੀ ਗੱਲ ਕਰਨੀ ਹੈ, ਚਾਹੇ ਉਹ ਭਾਈ ਧਿਆਨ ਸਿੰਘ ਮਾਨ ਹੋਵੇ ਜਾਂ ਸਰਦਾਰ ਸਿਮਰਜੀਤ ਸਿੰਘ ਮਾਨ ਹੋਵੇ ਜਾਂ ABC ਕੋਈ ਵੀ ਹੋਵੇ, ਇਹ ਉਹਨਾਂ ਤੇ ਤੁਹਾਡੇ ਕਹਿਣ ਵਾਂਗੂ ਜਿੱਦਾਂ ਜਿਹੜੇ ਨੇ ਉਹ ਪਾਲੇ ਹੋਏ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਵਿੱਚ ਜਿਹਨਾਂ ਤੁਸੀਂ ਕੀ ਕਹਿੰਦੇ ਹੁੰਦੇ ਲੱਠ ਮਾਰ, ਇਹ ਸਿਰਫ ਅਤੇ ਸਿਰਫ ਇਹ ਉਹ ਜਿਵੇਂ ਨਹੀਂ ਇੱਕ ਰਡਾਰ ਦੇ ਵਿੱਚ ਫੋਟੋ ਦਿੱਤੀ ਹੁੰਦੀ ਆ ਬੰਦੇ ਨੂੰ, ਬਸ ਵੀ ਤੂੰ ਹੀ ਇਹਨਾਂ ਤੇ ਹੀ ਵਾਰ ਕਰਨਾ, ਹੋਰ ਕੋਈ ਜਿਹੜਾ ਮਰਜ਼ੀ ਆ ਜਾਏ, ਨੋ ਪ੍ਰੋਬਲਮ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਤੋਰੀਏ, ਮੇਰੇ ਨਾਲ ਕਾਲਰ ਨੇ, ਸ਼ਾਇਦ ਉਹ ਕਾਫੀ ਸਿਰ ਤੋਂ ਹੋਲਡ ਤੇ ਨੇ, ਪਹਿਲਾਂ ਦੇਖ ਲਈਏ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਛੋਟਾ ਸਵਾਲ ਰੱਖਣਾ ਜੀ ਪਲੀਜ਼। ਬਿਲਕੁਲ ਛੋਟਾ ਜੀ। ਪੱਟੀ ਸਾਹਿਬ ਤੁਸੀਂ ਹੁਣ ਦਿੱਲੀ ਪ੍ਰਬੰਧਕ ਕਮੇਟੀ ਦੇ ਸਾਬਕਾ ਕਵਾਂਗੇ, ਹਾਲੇ ਤਾਂ ਬਣੇ ਨਹੀਂਗੇ, ਹਾਲੇ ਐਕਟਿੰਗ ਚੱਲ ਰਿਹਾ ਹੈ। ਉਹਨਾਂ ਬਾਰੇ ਗੱਲ ਕਰਦੇ ਸੀ ਵੀ ਉਹਨਾਂ ਨੇ 2 ਡਾਕੂਮੈਂਟ ਪੇਸ਼ ਕੀਤੇ ਸੀ ਡਾਇਰੈਕਟਰ ਨੂੰ। ਇੱਕ ਤੇ ਅਸੀਂ BA ਆਨਰ ਪੰਜਾਬੀ ਨਾਲ ਕੀਤੀ ਆ, ਮੇਰਾ ਸਰਟੀਫਿਕੇਟ ਹੈ। ਦੂਜਾ ਉਹਦਾ ਡਾਕੂਮੈਂਟ ਇਹ ਕੀਤਾ ਸੀ ਜਿਹੜਾ ਉਹ ਗੁਰੂ ਤੇਗ ਬਹਾਦਰ ਚੋਂ ਕੀਤੀ ਹੈ ਨਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਚੋਂ। ਦੂਜਾ ਇੱਕ ਸਕੂਲ ਚ ਉਹਦਾ ਪ੍ਰਿੰਸੀਪਲ ਦਾ ਸਰਟੀਫਿਕੇਟ ਲੈ ਕੇ ਆਏ ਸੀ। ਇਹ ਕੀਰਤਨ, ਇਹ ਮਤਲਬ ਪਾਠ ਕਰਦਾ ਰਿਹਾ, ਲਿਖਾ ਕੇ 2 ਚੀਜ਼ਾਂ ਲਿਆਇਆ ਸੀ ਛੋਟੇ ਹੁੰਦੇ। ਇਹਦਾ ਮਤਲਬ ਇਹਨਾਂ ਨੂੰ ਠੇਕਾ ਦਿੱਤਾ ਵੀ ਸਭ ਕੁਛ ਝੂਠ ਹੀ ਬੋਲੀ ਜਾਣ, ਜੋ ਕਿ ਮਰਜ਼ੀ ਕਰਦੇ ਹੁੰਦੇ, ਕਿ ਉਹਦੇ ਤੇ ਵੀ ਐਕਸ਼ਨ ਲਿਆ ਜਾਏਗਾ ਕੋਈ ਇਹੋ ਜਿਹਾ ਤੇ। ਮਿਹਰਬਾਨੀ, ਥੈਂਕ ਯੂ ਜੀ। ਹਾਂਜੀ ਪੱਟੀ ਸਾਹਿਬ। ਗੱਲ ਇਹ ਆ ਜੀ, ਤੁਹਾਡੀ ਗੱਲ ਠੀਕ ਹੈ। ਕਹਿੰਦਾ ਜੀ ਮੈਂ BA ਆਨਰ ਕੀਤੀ ਆ, ਠੀਕ ਕੀਤੀ ਹੋਏਗੀ। ਨਾਲ ਤੁਸੀਂ ਸੁੱਖੋ ਖਾਲਸਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਤੋਂ ਲਿਖਵਾ ਕੇ ਲੈ ਜੀ ਮੈਂ ਪੰਜਾਬੀ ਪੜ੍ਹੀ ਆ, ਪੰਜਾਬੀ ਪਾਸ ਕੀਤੀ, ਮੈਨੂੰ ਪੰਜਾਬੀ ਉਹ ਲਿਖਣ ਵਾਲੀ ਵੀ ਉਹੋ ਜਿਹੀ ਹੋਣੀ ਆ, ਮੁਲਾਜ਼ਮ ਵਿਚਾਰੀ ਉਹ ਕਰਦੀ। ਉਹਨੂੰ ਮਾਰਿਆ ਦਬਕਾ ਦੇ, ਮੈਂ ਲਿਖ ਦਿੱਤਾ, ਨੋ ਜੀ ਮੈਂ ਲਿਖ ਦਿੱਤੀ, ਮੈਂ ਮਹਾਰਾਜ ਦੱਸ ਕੇ ਉਹ ਤਾਂ ਕਹਿੰਦੀ ਭਾਜੀ ਮੈਂ ਘਰੇ ਲੈ ਕੇ ਆਉਣੀ ਆ, ਕਿੰਨੇ ਵਜੇ ਆਓਗੇ? ਨਹੀਂ, ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਆ। ਨਾਲੇ ਤੁਹਾਨੂੰ ਪਤਾ ਹੋਏਗਾ ਸੰਸਥੇ ਨੇ ਆਪਣੇ GM ਨੂੰ ਜਿਹੜੀਆਂ ਗੰਦੀਆਂ ਗਾਲਾਂ ਕੱਢੀਆਂ ਸੀ, ਗੰਦੀਆਂ ਗਾਲਾਂ, ਉਹ ਵੀ ਵਾਇਰਲ ਹੋਈਆਂ ਸੀ। ਉਦੋਂ ਹੀ ਕਹਿਤਾ ਸੀ ਵੀ ਇਹ ਜਿਹੜਾ ਨਵਾਂ ਪ੍ਰਧਾਨ ਬਣਿਆ ਨਾ, ਜ਼ਰੂਰ ਨਵਾਂ ਕੋਈ ਚੰਦ ਚਾੜੇਗਾ। ਫਿਰ 1 ਨਹੀਂ 2 ਨਹੀਂ, ਕਈ ਚੰਦ ਚਾੜੇ। ਲੇਕਿਨ ਸਾਡੀ ਕੌਮ ਨੂੰ ਮੱਤ ਨਹੀਂ ਆਈ। ਅਸੀਂ ਲਾਹਨਤਾਂ ਪਾਉਂਦੇ ਨੇ ਜਿਹੜੇ ਸਿੱਖਾਂ ਨੂੰ, ਵੇਖੋ ਭਾਈ ਜੇ ਇਹੋ ਜਿਹੇ ਬੰਦੇ ਫਿਰ ਵੀ ਜਿੱਤ ਗਏ, ਸਾਡੇ ਪੱਲੇ ਕੀ ਰਹੂਗਾ? ਲੇਕਿਨ ਲੋਕਾਂ ਜਿਤਾ ਦਿੱਤਾ, ਮਰਜ਼ੀ ਉਹਨਾਂ ਦੀ, ਅਸੀਂ ਕੁਛ ਨਹੀਂ ਕੀਤਾ। ਲੇਕਿਨ ਸਾਡੀ ਇੱਕ ਡਿਊਟੀ ਬਣਦੀ ਸੀ ਲੋਕਾਂ ਨੂੰ ਕਹਿਣਾ, ਭਾਈ ਇਹ ਕੰਮ ਗਲਤ ਹੋ ਰਿਹਾ, ਇਹਨੂੰ ਠੀਕ ਕਰੋ। ਅੱਜ ਦੀ ਡੇਟ ਦੇ ਵਿੱਚ ਵੇਖੋ, ਜੇ ਜਿਹੜੀ ਤੁਸੀਂ ਕਹੀ ਜੇ ਤੂੰ ਸੇਵਾ ਕਰਨੀ ਹੈ ਤੇ ਤੂੰ ਇਹ ਪ੍ਰਧਾਨਗੀ ਤੋਂ ਬਗੈਰ ਹੀ ਸੇਵਾ ਕਰ ਸਕਦਾ। ਦਰਬਾਰ ਸਾਹਿਬ ਲੋਕ ਜਾਂਦੇ ਨੇ,
ਜਿਹੜੇ ਉੱਥੇ ਲੱਠ ਮਾਰੋ, ਲੱਠ ਲੈ ਕੇ ਲੁੱਟੇ ਹੁੰਦੇ ਉੱਥੇ, ਤੇ ਜਾ ਕੇ ਜਿਹੜੇ ਸੇਵਾਦਾਰ ਕਰੇ ਪ੍ਰੇਮੀ ਹੁੰਦੇ ਆ, ਨਿਸ਼ਕਾਮ ਹੋਏ ਏਦਾਂ ਕਰ ਉਹ ਨਿਰਦੇਸ਼ ਦੇਣ ਦੇ ਹੁੰਦੇ ਨੇ, ਆਪ ਨਹੀਂ ਹੱਥ ਲਾਉਣਾ। ਜੇ ਤੁਹਾਡੇ 'ਚ ਕੋਈ ਨਿਸ਼ਕਾਮ ਸੇਵਾ ਕਰਨੀ ਹੈ, ਜਾਓ ਜਾ ਕੇ ਸੰਗਤਾਂ ਦੇ ਜੋੜੇ ਝਾੜੋ, ਜਾਓ ਜਾ ਕੇ ਦਰਬਾਰ ਦੀ 3 ਵਜੇ ਜੋ ਸਫਾਈ ਹੁੰਦੀ ਜਾ ਕੇ ਸਫਾਈ ਕਰੋ, ਰਨਿੰਗ ਸ਼ੂਜ਼ ਤੇ ਪਾਲਿਸ਼ ਕਰੋ ਜਾ ਕੇ, ਰਨਿੰਗ ਸ਼ੂਜ਼ ਬਿਲਕੁਲ ਉਹ ਪਾਲਿਸ਼ ਕਰ ਦਿਓ, ਕੁਛ ਬਹੁਤ ਜ਼ਿਆਦਾ ਨਹੀਂ ਤੇ ਰਨਿੰਗ ਸ਼ੂਜ਼। ਮੇਰਾ ਕਹਿਣ ਤੋਂ ਭਾਵ ਝੂਠ ਤੇ ਉਹ ਤੋਂ ਵੀ ਮਾਰਿਆ, ਗੁਰੂ ਘਰ ਤੋਂ ਵੱਡਾ ਝੂਠ ਮਾਰਿਆ। ਪੱਟੀ ਸਾਹਿਬ, ਕਸੂਰ ਇਹਨਾਂ ਦਾ ਨਹੀਂ ਆ, ਕਸੂਰ ਇਹ ਆ ਕਿ ਇਹਨਾਂ ਨੇ ਕਲਾਸਾਂ ਜਿੱਥੋਂ ਲਈਆਂ ਨੇ ਨਾ, ਜਿਹੜੀ ਆ ਸਰਟੀਫਿਕੇਟ ਬਣਾਈ ਫਿਰਦੇ, ਤੇ ਚਲੋ ਦੇ ਤੇ ਦਬਕੇ ਮਾਰ ਕੇ, ਪਰ ਜਿਹੜੀਆਂ ਜਿੱਥੋਂ ਕਲਾਸਾਂ ਲਾਈਆਂ ਨੇ ਉਹਨਾਂ ਦੇ ਹੁਕਮ ਵਜਾਉਣੇ ਨੇ ਅਗਲਿਆਂ ਨੇ, ਇਹਨਾਂ ਨੂੰ ਨੰਗਿਆਂ ਕਰਕੇ ਬਹੁਤ ਕੁਝ ਰੱਖਿਆ ਹੋਇਆ ਕੋਲ ਇਹਨਾਂ ਦੇ। ਅਸੀਂ ਨਹੀਂ ਕਹਿੰਦੇ ਜੀ, ਬੀਬੀ ਰਜਿੰਦਰ ਕੌਰ ਪੱਠਾ ਕਹਿੰਦੀ ਹੁੰਦੀ ਸੀ ਹਾਂ ਬਾਦਲ ਝੂਠ ਦੀ ਯੂਨੀਵਰਸਿਟੀ ਆ, ਚਲੋ ਅਸੀਂ ਨਹੀਂ ਕਹਿੰਦੇ, ਉਹ ਸਟੇਜ ਤੇ ਕਹਿੰਦੀ ਹੁੰਦੀ ਸੀ। ਗਾ ਕੇ ਆਪ ਸਮਝ ਲਓ ਤੁਸੀਂ ਬਸ, ਤੇ ਉਹਦੇ ਗਾਂ ਪੜੇ ਹੋਏ ਜਿਹੜੇ ਕਿਹੋ ਜਿਹੇ ਹੋਣਗੇ, ਇਹੋ ਜਿਹੇ ਹੋਣਗੇ। ਚਲੋ ਕੋਈ ਨਹੀਂ, ਸੋਹਣਾ ਜਿਹੜਾ ਨਾ ਮੈਂ ਕਹਿੰਦਾ ਨਾ ਕਿ ਸਿੱਖੀ ਜਿਹੜੀ ਆ ਨਾ ਉਹ ਗੁਰੂ ਦਾ ਗਦਾਰੀ ਕਰਨੀ ਬੜੀ ਮਹਿੰਗੀ ਪੈਂਦੀ, ਇੱਥੇ ਰਹਿ ਜਾਣਾ ਸਭ ਕੁਝ। ਮੈਂ ਇਹੋ ਜਿਹੇ ਧਨਾੜ ਬੰਦੇ ਵੇਖਿਆ ਪੱਟੀ ਸਾਹਿਬ, ਮੈਂ ਇਹੋ ਜਿਹੇ ਧਨਾੜ ਬੰਦੇ ਵੇਖਿਆ ਜਿਹੜੇ ਨਾ ਦਿਹਾੜੀ 'ਚ 3-3 ਵਾਰੀ ਕੱਪੜੇ ਵੀ ਬਦਲਦੇ ਸੀ। ਉਹਦਾ ਦੀ ਗਾਂ ਔਲਾਦ ਆ ਨਾ, ਪੁੱਠੇ ਕੰਮ ਕਰਕੇ ਜਿਹਦੇ ਪੈਸੇ ਕਮਾਏ, ਨਾਲੀਆਂ ਦੇ ਵਿੱਚ ਡਿੱਗੀ ਹੋਈ ਵੇਖੀ ਮੈਂ, ਜੀ ਨਾਲੀਆਂ 'ਚ, ਤੇ ਗਾਂ ਉਹਨਾਂ ਦੀ ਔਲਾਦ ਕੀ ਹੋਊਗੀ ਇਹ ਤੁਸੀਂ ਦੇਖੋ। ਸੋ ਇਸ ਕਰਕੇ ਇਹ ਖੂਨ ਲੱਗਾ ਇਹਨਾਂ ਨੂੰ ਗੁਰੂ ਘਰ ਦੀਆਂ ਗੋਲਕਾਂ ਖਾਣ ਦਾ। ਆਪਾਂ ਇੱਕ ਤਾਂ ਹੋਰ ਵੀ ਚੱਲਦੇ ਜੀ, ਜਿਹੜੇ ਇਹਨਾਂ ਦੇ ਬਾਰੇ ਜਿੰਨਾ ਮਰਜ਼ੀ ਬਕੜਵਾ ਕਰ ਲੋ, ਜਿੰਨੀਆਂ ਮਰਜ਼ੀ ਲਾਹਨਤਾਂ ਪਾ ਲੋ, ਉਹਦਾ ਨੁਕਸਾਨ ਸਾਨੂੰ ਹੀ ਹੋਣਾ, ਤੁਹਾਨੂੰ ਹੋਣਾ ਜਾਂ ਸਾਨੂੰ ਹੋਣਾ, ਇਹਨਾਂ ਨੂੰ ਕੋਈ ਨਹੀਂ ਹੋਣਾ। ਕਿਉਂਕਿ ਇਹਨਾਂ ਨੂੰ ਗਿਰੇ ਹੋਏ ਇਹਨਾਂ ਦੇ ਤਲਵੇ ਚੱਟ ਜਿਹੜੇ ਇੱਥੇ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠੇ ਆ, ਉਹ ਗਾਂ ਮਹਾ ਗੰਦੇ ਨੇ ਇਹਨਾਂ ਨਾਲੋਂ, ਜਿਹੜੇ ਇਹਨਾਂ ਨੂੰ ਆਇਆਂ ਨੂੰ ਵੈਲਕਮ ਕਰਦੇ ਨੇ। ਤਾਂ ਜੁੱਤੀ ਲਵੇ ਲਾ, ਜਿਹੜਾ ਵੀ ਗੁਰੂ ਘਰ ਦੀ ਗੋਲਕ ਖਾਂਦਾ, ਜਿਹੜਾ ਵੀ ਗੁਰੂ ਘਰ ਦੀ ਬਖਤੋਈ ਕਰਦਾ, ਜਿਹੜਾ ਵੀ ਕਿਸੇ ਵੀ ਧਾਰਮਿਕ ਅਦਾਰੇ, ਚਾਹੇ ਮੰਦਿਰ ਹੋਵੇ, ਮਸਜਿਦ ਹੋਵੇ, ਤੇ ਭੱਜਦੇ ਨੂੰ ਮਿਲੇ ਨਾ ਵਾਹਣ ਉਹਨੂੰ। ਜਦੋਂ ਕਿਤੇ ਇਹੋ ਜਿਹੇ ਹੋ ਜਾਣ ਫਿਰ ਉਹਨੂੰ ਕਹਿੰਦੇ ਜੀ ਕੱਟੜਵਾਦ ਆਏ, ਦੂਜੇ ਦੀ ਗੱਲ ਨਹੀਂ ਸੁਣਦੇ। ਸੁੰਨੀ ਸਿਹਤ ਸਵਾਹ ਵੀ ਤੁਸੀਂ ਆਹ ਤੇ ਚੰਨ ਚਾੜਨ ਦੇ ਹੋ, ਬਹਿ ਜਾਓ ਆਰਾਮ ਨਾਲ, ਸੇਵਾ ਕਰ ਲਈ ਤੁਸੀਂ, ਕਿਸੇ ਹੋਰ ਨੂੰ ਕਰ ਲੈਂਦੇ ਹੋ। ਜੇ ਤੁਸੀਂ ਫੇਲ ਹੀ ਹੋ ਗਏ ਹੋ ਉੱਥੇ, ਹੁਣ ਸੱਚਾ ਇਹਨਾਂ ਨੇ ਬੰਨਾ ਫੇਰ ਜੀ ਉਹਨੇ ਸਾਨੂੰ ਮਤਲਬ ਪ੍ਰੂਫ ਦਿਓ। ਤੁਸੀਂ ਉਦੋਂ ਕਹਿੰਦੇ ਸੀਗੇ ਵੀ ਉਹਨੂੰ ਆਪਣੇ 2 ਕਰੋੜ ਦੀ ਦਿੱਤੀ ਹੋਈ ਆਫਰ, ਉਹ ਉੱਥੇ ਚਾਰਜ ਕਿਉਂ ਨਹੀਂ ਕੀਤਾ, ਕੇਸ ਕਿਉਂ ਨਹੀਂ ਕੀਤਾ ਉਹਨੂੰ? ਰਿਸ਼ਵਤਖੋਰੀ ਦੇ ਮਾਮਲੇ ਉਹਦੀ ਕੇਸ ਕਿਉਂ ਨਹੀਂ ਦਰਜ ਕਰਾਇਆ ਫਿਰ ਤੁਸੀਂ? ਰਾਵਲਾ ਸਾਹਿਬ ਤੁਹਾਨੂੰ ਇਹਦੇ ਨਾਲ ਗੱਲ ਇੱਕ ਹੋਰ ਜੋੜਦੇ ਆ ਜੀ। ਐਸ ਕਮੇਟੀ ਫਾਰਮ ਹੋਣ ਵਾਸਤੇ ਅੱਜ ਅਦਾਲਤ ਵਿੱਚ 14 ਵਾਸਤੇ 16 ਕੇਸ ਚੱਲਦੇ ਆ। 46 ਮੈਂਬਰੀ ਹਾਊਸ ਆ ਤੇ 16 ਕੇਸ ਚੱਲਦੇ ਅਦਾਲਤਾਂ। ਬਿਲਕੁਲ, ਦੱਸੋ ਕੀ ਕਰੋਗੇ? ਆਹ ਕੌਮ ਸਾਡੀ। ਤੇ ਜੇ ਮਾਫ ਕਰਨਾ, ਗੁਰੂ ਦੀ ਗੋਲਕ ਦੇ ਵਿੱਚ ਭਾਣ ਡਿੱਗਣਾ ਸ਼ੁਰੂ ਹੋ ਗਿਆ ਨਾ, ਜੀ ਗੁਰੂ ਦੀ ਗੋਲਕ ਦੇ ਵਿੱਚ ਡਾਲਰ, ਪਾਉਂਡ ਤੇ ਉਹਨਾਂ ਦੀ ਥਾਂ ਤੇ ਭਾਣ ਡਿੱਗਣਾ ਸ਼ੁਰੂ ਹੋ ਗਿਆ, ਲੱਭਣਾ ਕੋਈ ਨਹੀਂ ਇਹਨਾਂ ਨੇ। ਸਾਡੇ ਵੀ ਇੱਥੇ ਗੁਰਦੁਆਰਾ ਸਾਹਿਬ ਕਹੀ ਹੈ ਕਿ ਉਹਦਾ ਪ੍ਰਧਾਨ ਬਣੋ ਤਿਆਰ ਕੋਈ ਨਹੀਂ। ਹੁਣ ਪਹਿਲਾਂ ਉੱਥੇ ਲੜਾਈਆਂ ਵੀ ਹੁੰਦੀਆਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਆਪਾਂ ਗੱਲ ਕਰ ਰਹੇ ਸੀ, ਗਿਆਨੀ ਰਘਬੀਰ ਸਿੰਘ ਨੂੰ ਦਿਲ ਦਾ ਦੌਰਾ ਪਿਆ, ਉਦੋਂ ਆਪਣੀ ਗੱਲ ਲੰਬੀ ਹੋ ਗਈ। ਚਲੋ ਆਪਾਂ ਵਾਪਸ ਚੱਲੀਏ, ਪੰਜਾਬ ਹੀ ਰਹਿੰਦੇ ਥੋੜਾ ਜਿਹਾ, ਜੇ ਦਿੱਲੀ ਦੁੱਲੀ ਬਾਹਰ ਚੱਲਦੇ ਆ। ਕੈਪਟਨ ਸਾਹਿਬ ਡਾਢੇ ਨਾਰਾਜ਼ ਨੇ, ਕਹਿੰਦਾ ਵੀ ਇਹਨੂੰ ਨਹੀਂ ਜਿੱਤਣ ਦੇਣਾ। ਤੁਹਾਡਾ ਵੀ ਨਜ਼ਰੇ ਲੈ ਲਈਏ, ਕਿਉਂਕਿ ਤੁਹਾਡੇ ਵੀ ਅੰਮ੍ਰਿਤਸਰ ਦੇ ਹੁਣ ਮਤਲਬ ਇਹਨੂੰ ਹੁਣ ਜੇ ਮੁੱਖ ਮੰਤਰੀ ਉਹ ਬਣਦਾ, ਮਾਝੇ ਵਾਲਾ ਘਵਾਊਗਾ ਜਾਂ ਫਿਰ ਪਟਿਆਲੇ ਵਾਲਾ ਘਵਾਊਗਾ, ਉਹ ਤਾਂ ਗੱਲ ਵੱਖਰੀ ਹੈ। ਪਰੰਤੂ ਮੁੱਖ ਮੰਤਰੀ ਬਣ ਤੋਂ ਰੋਕਣ ਲਈ ਸਿੱਧੂ ਵਿਰੁੱਧ ਤਕੜਾ ਉਮੀਦਵਾਰ ਖੜਾ ਕਰਾਂਗਾ। ਪਰ ਗਾਂਧੀ ਪਰਿਵਾਰ ਨੂੰ ਇਸ ਤਰ੍ਹਾਂ ਰਿਸ਼ਤਾ ਖਤਮ ਨਹੀਂ ਸੀ ਕਰਨਾ ਚਾਹੀਦਾ। ਡਾਢੇ ਨਾਰਾਜ਼ ਨੇ ਜਨਾਬ, ਕੀ ਕਹਿਣਾ ਚਾਹੋਗੇ? ਸਿੱਧੂ ਸਾਹਿਬ ਨੇ 2 ਕੰਮ ਕੀਤੇ ਜੀ। ਇੱਕ ਕੰਮ ਉਹਨਾਂ ਨੇ ਇਹ ਕੀਤਾ ਵਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਾਥੀ ਸੀ, ਇੰਪਰੂਵਮੈਂਟ ਜਿਹੜਾ ਇੰਟਰਸਟ ਆ, ਇੰਪਰੂਵਮੈਂਟ ਟਰਸਟ ਦਾ ਅੰਮ੍ਰਿਤਸਰ ਆ, ਉਹਦਾ ਚੇਅਰਮੈਨ ਹੈਗਾ ਸੀ ਦਿਨੇਸ਼ ਬੱਸੀ।
ਉਹਨੂੰ ਬਿਨਾਂ ਕਿਸੇ ਗੱਲ ਤੋਂ ਲਾ ਕੇ ਤੇ ਆਪਣਾ ਓਐਸਡੀ ਤੇ ਕੌਂਸਲਰ ਨਗਰ ਨਿਗਮ ਦਾ ਦਮਨਜੀਤ ਸਿੰਘ ਨੂੰ ਲਾ ਦਿੱਤਾ। ਇਸੇ ਤਰ੍ਹਾਂ ਬਟਾਲੇ ਦੇ ਵਿੱਚ 36 ਦਿਨ ਪਹਿਲਾਂ ਸਿਰਫ ਪ੍ਰਤਾਪ ਸਿੰਘ ਬਾਜਰੀ ਜੇ ਨਵੀਂ ਜਾਰੀ ਪਈ ਸੀ ਕੈਪਟਨ ਅਮਰਿੰਦਰ ਸਿੰਘ ਨਾਲ, ਉਦੋਂ ਉਹਨੇ ਆਪਣਾ ਬੰਦਾ ਤੇ ਪਰਮਜੀਤ ਪੰਮਾ ਲਵਾ ਲਿਆ ਸੀਗਾ ਮੁੰਡਾ ਚੇਅਰਮੈਨ ਬਟਾਲਾ ਇੰਪਰੂਵਮੈਂਟ ਟਰਸਟ ਦੇ। ਉਹ 36 ਦਿਨਾਂ ਬਾਅਦ ਪ੍ਰਤਾਪ ਸਿੰਘ ਬਾਜਵੇ ਦਾ ਬੰਦਾ ਕਰਕੇ ਉਹ ਤ੍ਰਿਪਤਰਿੰਦਰ ਬਾਜਵੇ ਨੇ ਹਟਾ ਕੇ ਤੇ ਆਪਣਾ ਬੰਦਾ ਲਵਾ ਲਿਆ। ਲੇਕਿਨ ਕੱਲ ਵੇਖਣ ਵਾਲੀ ਗੱਲ ਕੀ ਸੀ, ਜਦੋਂ ਉਹਨਾਂ ਨੂੰ ਕਿਹਾ ਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਭਾਈ ਤੁਸੀਂ ਆ ਬੰਦੇ ਨੂੰ ਪੱਤਰ ਦੇ ਦਿਓ ਇੰਪਰੂਵਮੈਂਟ ਟਰਸਟ ਚੇਅਰਮੈਨ ਦਾ, ਉਹ ਹੈਰਾਨ ਸੀ। ਕਹਿੰਦੇ ਚੇਅਰਮੈਨ ਤਾਂ ਲੱਗਾ ਕੀ ਹੋ ਗਿਆ? ਉਹ ਕਹਿੰਦੇ ਮੇਰੀ ਐਨਕ ਆਉ ਐਨਕ ਲਿਆ ਕੇ ਉਹਨਾਂ ਚਿੱਠੀ ਪੜ੍ਹੀ, ਫਿਰ ਦੇਣ ਲੱਗੇ, ਫਿਰ ਚਿੱਠੀ ਪੜ੍ਹੀ। 2 ਵਾਰੀ ਚਿੱਠੀ ਵੰਡ ਦੇਣ ਤੋਂ ਬਾਅਦ ਬੜੇ ਭਰੇ ਮਨ ਨਾਲ ਚਿੱਠੀ ਦਿੱਤੀ ਉਹ ਬੰਦੇ ਨੂੰ, ਭਰੇ ਮਨ ਨਾਲ ਕਿ ਹੋ ਕੀ ਰਿਹਾ। ਉਹਨੂੰ ਪਤਾ ਵੀ ਰਾਜਨੀਤੀ ਕੀ ਹੈ। ਅੱਛਾ ਗੱਲ ਸੁਣੋ, ਚਲੋ ਸਮਾਂ ਨਿਕਲਦਾ ਜਾ ਰਿਹਾ, ਮੇਰੇ ਕੋਲ 3-4 ਮਿੰਟ ਹੀ ਨੇ। ਇੱਕ ਬੜਾ ਕੁਇਕਲੀ ਕੁਐਸਚਨ ਹੈ ਮੇਰਾ, ਸੌਰੀ ਟੂ ਇੰਟਰਪਟ। ਫੁਲਕਾ ਸਾਹਿਬ ਅਸਤੀਫਾ ਦੇ ਕੇ ਤੇ ਚਲੋ ਆਪਣੀ ਪ੍ਰੈਕਟਿਸ ਵਾਲੇ ਪਾਸੇ ਚੱਲ ਗਏ। ਜਥੇਦਾਰ ਸਾਹਿਬ ਨੇ ਇੱਕ ਖੱਤ ਲਿਖਿਆ, ਪੱਤਰ ਲਿਖਿਆ ਜਥੇਦਾਰ ਸਾਹਿਬ ਨੂੰ, ਕਹਿੰਦੇ ਨੇ ਕਿ ਉਹਨਾਂ ਦੇ ਬਿਆਨ ਤੇ ਇਤਰਾਜ਼ ਪ੍ਰਗਟਾਇਆ ਕਿ ਜੇਕਰ ਹਿੰਦੂ ਹੀ ਮੁੱਖ ਮੰਤਰੀ ਪ੍ਰਵਾਨ ਕਰਨਾ ਹੈ ਤਾਂ ਪੰਜਾਬੀ ਸੂਬੇ ਮੋਰਚਾ ਕਿਉਂ ਲਗਾਇਆ। ਮੈਂ ਫੁਲਕਾ ਸਾਹਿਬ ਨਾਲ ਇੱਥੇ ਉਹਨਾਂ ਦਾ ਖੱਤ ਪੂਰਾ ਤਾਂ ਨਹੀਂ ਪੜ੍ਹਿਆ, ਪਰ ਫੁਲਕਾ ਸਾਹਿਬ ਕੀ ਹਿੰਦੂ ਪੰਜਾਬ ਦਾ ਜਿਹੜਾ ਸੀ ਉਹ ਸਾਰਾ ਪੰਜਾਬੀ ਪ੍ਰਤੀ ਪਿੱਠ ਨਹੀਂ ਸੀ ਦਿਖਾਇਆ ਉਹਨੇ। ਹਿੰਦੂ ਪੰਜਾਬ ਦੇ ਪੰਜਾਬੀ ਬੋਲਣ ਵਾਲਿਆਂ ਨੇ ਪੰਜਾਬੀ ਲਿਖਵਾਈ ਵੀ ਹੈ ਕਿ ਉਹਨਾਂ ਦੇ ਵਿੱਚ ਹਿੰਦੂ ਕੋਈ ਪੰਜਾਬ ਦੇ ਸੂਬੇ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ। ਬੜਾ ਵੱਡਾ ਸਵਾਲ ਹੈ। ਨਹੀਂ ਤੇ ਪੰਜਾਬੀ ਸੂਬੇ ਮੋਰਚੇ ਦੀਆਂ ਕਹਾਣੀਆਂ ਕਈ ਵਾਰੀ ਤੁਹਾਨੂੰ ਲੇਖ ਸੁਣਾਏ ਮੈਂ, ਕਿਹੜੇ ਹਿੰਦੂ ਜਿਹੜੇ ਸੀ ਅੱਗੇ ਆਏ ਸੀ ਜਿਨ੍ਹਾਂ ਨੇ ਪਿੱਠ ਵਿਖਾਈ ਹੈ। ਮੈਂ ਉਹਨਾਂ ਨੂੰ ਕਿਰਤਕਰਨ ਵੀ ਕਹਿੰਦਾ ਹੁੰਦਾ ਵੀ ਖਾਂਦੇ ਪੀਂਦੇ ਰਹੇ ਪੰਜਾਬ ਦਾ, ਨੱਚਣ ਮਰਨ ਹੱਸਣ ਖੇਡਣ ਤੁਹਾਡਾ ਪੰਜਾਬ ਦੇ ਪੰਜਾਬੀ ਬੋਲੀ ਦੇ ਵਿੱਚ, ਤੇ ਤੁਸੀਂ ਕਿਰਤਕਰਤਾ ਦਿਖਾਈ, ਆਪਾਂ ਉਹਨਾਂ ਨੂੰ ਵੀ ਕਹਿੰਦੇ। ਪਰ ਸਾਰੇ ਨਹੀਂ, ਜਿਵੇਂ ਸਾਰੇ ਸਿੱਖ ਵੀ ਤੁਹਾਡੇ ਜਿਹੜੇ ਉਹ ਮਤਲਬ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੈ, ਸੂਬੇ ਪ੍ਰਤੀ ਵਫਾਦਾਰ ਨਹੀਂ ਹੈ, ਉਵੇਂ ਹੀ ਬਹੁਤ ਆਦ ਦੇ ਵਿੱਚ ਜਿਹੜੇ ਹੋ ਸਕਦਾ ਕਿ ਹਿੰਦੂ ਜਿਹੜੇ ਨੇ ਉਹ ਪੰਜਾਬੀ ਲਿਖਾਉਣ, ਜਿਨ੍ਹਾਂ ਨੇ ਲਿਖਾਈ ਵੀ, ਤੁਸੀਂ ਉਹਨਾਂ ਦੇ ਵਿੱਚੋਂ ਕੋਈ ਪਰਿਵਾਰ ਦਾ ਬੰਦਾ ਜਿਹੜਾ ਵਾ ਉਹਨੂੰ ਕਿਵੇਂ ਕਹਿ ਸਕਦੇ ਹੋ ਕਿ ਨਹੀਂ ਵੀ? ਕੀ ਮਾਮਲਾ ਹੈ? ਮਾਮਲਾ ਇਹ ਜਿਹੜਾ ਇਹ ਵੀ ਗੱਲ ਹੈਗੀ ਹੈ, ਮੈਨੂੰ ਪਿਛਲੇ ਸਵਾਲ ਨਾਲ ਥੋੜਾ ਜਿਹਾ 5-7 ਸੈਕਿੰਡ ਚ ਦੱਸ ਦਿਆਂ। ਜੀ ਜੀ। ਜਿਹੜੀ ਗੱਲ ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਬੜਾ ਵੱਡਾ ਵਿਰੋਧੀ ਉਮੀਦਵਾਰ ਖੜਾ, ਕੋਈ ਜਿੱਤਣ ਨਹੀਂ ਦੂੰਗੀ, ਮੁੱਖ ਮੰਤਰੀ ਬਣ ਦੇਊਗਾ ਜੀ। ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਵਰਗੇ ਦਬਕੇ ਕਿਸੇ ਵੇਲੇ ਜਗਦੇਵ ਸਿੰਘ ਤਲਵੰਡੀ ਨੂੰ ਮਾਰੇ ਸੀ, ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਮਾਰੇ ਸੀ, ਲੇਕਿਨ ਬਣਿਆ ਕੱਖ ਨਹੀਂ ਸੀਗਾ। ਹੁਣ ਤੁਹਾਡੀ ਜਿਹੜੀ ਉਮਰ ਉਹ ਭਗਤੀ ਕਰਨੀ ਹੈ, ਮਾਲਾ ਫੜ ਲਓ, ਰਮਾਨ ਨਾਲ ਭਗਤੀ ਕਰੋ ਤੇ ਆਪਣਾ ਅੱਗਾ ਕਰੋ, ਚੰਗੇ ਰਹੋ, ਕੱਖ ਨਹੀਂ ਬਣਿਆ। ਦੂਸਰੀ ਚੀਜ਼, ਫੂਲਕਾ ਸਾਹਿਬ ਦਾ ਮਕਸਦ ਇਹ ਨਹੀਂ, ਫੂਲਕਾ ਸਾਹਿਬ ਇਹ ਕਹਿੰਦੇ ਆ ਵੀ ਤੁਸੀਂ ਇੰਨੀ ਗੱਲ ਵੀ ਹਿੰਦੂ ਬਣੇ ਮੁੱਖ ਮੰਤਰੀ ਜਾਂ ਸਿੱਖ ਬਣੇ ਮੁੱਖ ਮੰਤਰੀ ਕੋਈ ਫਰਕ ਨਹੀਂ ਪੈਂਦਾ, ਬੰਦਾ ਇਨਸਾਨ ਹੋਣਾ ਚਾਹੀਦਾ, ਅੱਛੀ ਨਹੀਂ ਵਧੀਆ ਇਨਸਾਨ ਹੋਣਾ ਚਾਹੀਦਾ, ਕੌਮ ਨੂੰ ਸਮਰਪਿਤ ਹੋਵੇ, ਦੇਸ਼ ਨੂੰ ਸਮਰਪਿਤ ਹੋਵੇ, ਸੂਬੇ ਨੂੰ ਸਮਰਪਿਤ ਹੋਵੇ। ਠੀਕ ਹੈ, ਤੁਸੀਂ ਕਿਹਾ। ਉਹਨਾਂ ਦੇ ਬਿਆਨ ਦਾ ਜਿਹੜਾ ਸੀ ਜਾਖੜ ਸਾਹਿਬ ਨੇ ਉਸੇ ਵੇਲੇ ਸਵਾਗਤ ਕੀਤਾ, ਚੰਗੀ ਗੱਲ। ਫੂਲਕਾ ਸਾਹਿਬ ਦੀ ਗੱਲ ਇਹ ਨਹੀਂ, ਗੱਲ ਸਿਰਫ ਇਹ ਆ ਕਿ ਜੇ ਤੁਸੀਂ ਜਿਹੜੀ ਮੋਰਚਾ ਲਾਇਆ ਸੀ ਪੰਜਾਬੀ ਸੀ, ਕਾਹਦੇ ਵਾਸਤੇ ਲਾਇਆ ਸੀਗਾ? ਇਸ ਕਰਕੇ ਲਾਇਆ ਸੀ ਸਾਡੀ ਮੁੱਖ ਮੰਤਰੀ ਬਣਨ ਦੀ ਵਾਰੀ ਨਹੀਂ ਹੋਣੀ ਜੇ ਵੱਡਾ ਪੰਜਾਬ ਰਿਹਾ ਤੇ। ਉਦੋਂ ਤੁਸੀਂ ਸਿੱਖ ਮੁੱਖ ਮੰਤਰੀ ਬਣਾਉਣ ਵਾਸਤੇ, ਆਪ ਮੁੱਖ ਮੰਤਰੀ ਬਣਨ ਵਾਸਤੇ ਇਹ ਕਿਹਾ ਸੀ ਵੀ ਜਿੱਥੇ ਡੋਮੀਨੇਟ ਸਿੱਖ ਪਾਪੂਲੇਸ਼ਨ ਹੈ ਉਹ ਵੱਖਰਾ ਕਰ ਦਿਓ, ਬਾਕੀ ਵੱਖਰਾ ਆਪ ਤੁਸੀਂ ਕੀਤਾ ਸੀ। ਜਥੇਦਾਰ ਜੀ ਪਹਿਲਾਂ ਬਾਦਲ ਸਾਹਿਬ ਨੂੰ ਪੁੱਛ ਲਓ। ਨਹੀਂ ਉਦੋਂ ਫਿਰ ਤੁਸੀਂ ਮੋਰਚਾ ਕਾਹਦੇ ਵਾਸਤੇ ਲਾਇਆ ਸੀ? ਜਿਹੜੇ ਲੋਕ ਇੰਨੇ ਜਿਹੜੇ ਜੇਲ੍ਹਾਂ ਚਲੇ ਗਏ, ਕਈ ਲੋਕ ਸ਼ਹੀਦ ਹੋ ਗਏ, ਉਹ ਉਦੋਂ ਕਿਉਂ ਲਾਇਆ ਸੀ ਮੋਰਚਾ? ਕੀ ਲੋੜ ਸੀ ਲਾਉਣ ਦੀ? ਚਲੋ ਕੰਮ ਚੱਲਣ ਜਾਣਾ ਲੱਗਦਾ ਫਿਰ ਹੁਣ ਫੁਲਕਾ ਸਾਹਿਬ ਨਾਲ ਇੱਕ ਇੰਟਰਵਿਊ ਕਰਨੀ ਪੈਣੀ ਆ। ਗਰਮ ਉਹ ਵੀ ਛੇਤੀ ਹੋ ਜਾਂਦੇ ਹੁੰਦੇ ਆ ਸਰਨੇ ਵਾਂਗੂ, ਦਿੱਲੀ ਵਾਲੇ ਜੂਏ। ਤੇ ਇੱਧਰ ਵੀ ਪੂਰੀ ਤਿਆਰੀ ਦੇ ਨਾਲ ਫਿਰ ਗੱਲ ਕਰਾਂਗੇ ਕਿ ਕੀ ਪੰਜਾਬ ਦੇ ਵਿੱਚ ਕੋਈ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਜਿਹੜਾ ਪੰਜਾਬੀ ਠੇਠ ਬੋਲਦਾ ਹੋਵੇ? ਉਹਨਾਂ ਵਿਰੋਧ ਕੀਤਾ ਹੀ ਨਹੀਂ।
ਉਹਦੇ ਬਾਦਲ ਨੂੰ ਸਵਾਲ ਪੁੱਛਦੇ ਜੀ ਕਿ ਜਹੇਦਾਰ ਬਾਦਲ ਦਾ ਵਾ, ਉਹ ਜਹੇਦਾਰ ਜੀ ਤੁਸੀਂ ਬਾਦਲ ਸਾਨੂੰ ਪੁੱਛ ਕੇ ਫਿਰ ਸਾਨੂੰ ਕਿ ਮੋਰਚਾ ਕਾਹਦੇ ਵਾਸਤੇ ਲਾਇਆ ਸੀ ਫਿਰ? ਸੋ ਉਹੀ ਗੱਲ ਮੈਂ ਕਹੀ ਨਾ, ਮੈਂ ਮਜਬੂਰ ਨਹੀਂ ਪੜਿਆ, ਪਰ ਸਵਾਲ ਇਹ ਪੈਦਾ ਹੁੰਦਾ। ਚਲੋ ਐਨੀਵੇ, ਕਾਲਰ ਲਾਸਟ ਕਾਲ ਨੇ, ਇੱਕ ਅੱਧੇ ਮਿੰਟ ਦੇ ਸਵਾਲ ਸੁਣ ਲੈਂਦੇ ਆ, ਕੋਈ ਸਮਾਂ ਸਾਡੇ ਕੋਲ ਹੈ ਨਹੀਂ, ਓਵਰ ਹੋ ਗਿਆ। ਵੈਲਕਮ ਜੀ। ਬਾਬਲਾ ਜੀ ਤੇ ਆਪਣੇ ਪੱਟੀ ਸਾਹਿਬ ਵੀ ਸ਼ਾਇਦ ਮੇਰਾ ਥੋੜਾ ਜਿਹਾ ਤੁਹਾਡੇ ਤੋਂ ਹਟ ਕੇ ਹੈ ਜੀ। ਤੇ ਗੱਲ ਇਹ ਹੈ ਜੀ, ਮਤਲਬ ਅੱਗੇ ਪ੍ਰਥਾ ਰਹੀ ਹੈ ਵੀ ਮੁੱਖ ਮੰਤਰੀ ਜਾਂ ਕੋਈ ਵੱਡਾ ਆਦਮੀ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਉਹਨਾਂ ਨੂੰ ਸਿਰੋਂ ਭਾਵ ਦਿੱਤਾ ਜਾਂਦਾ ਹੈ, ਤੇ ਆਪਣੇ ਚੰਨੀ ਸਾਹਿਬ ਨੇ ਵੀ ਦਿੱਤਾ ਜੀ ਇਹਨਾਂ ਨੇ ਭਲਾ। ਚੰਨੀ ਸਾਹਿਬ ਤੇ ਇਤਿਹਾਸ ਸਿਰਜ ਗਏ ਆ, ਸਰੋਪਾਓ ਦੀ ਗੱਲ ਛੱਡੋ, ਉਹ ਤਾਂ ਸਵੇਰੇ ਅਰਲੀ ਮਾਰਨਿੰਗ ਜਿਹੜਾ ਮਹਾਰਾਜ ਦਾ ਸਰੂਪ ਆਉਂਦਾ ਹੈ, ਹਾਂਜੀ ਪਾਲਕੀ ਸਾਹਿਬ ਉਹਨੂੰ ਮੋਢਾ ਦੋਨਾਂ ਨੇ ਦਿੱਤਾ, ਬਾਕੀ ਪੱਟੀ ਸਾਹਿਬ ਦੱਸ ਦਿੰਦੇ। ਹਾਂਜੀ ਇਹਦੋਂ ਵੱਧ ਕੇ ਵੀ ਮੈਂ ਕਿਹਾ ਸਰੂਪੇ ਨਾਲੋਂ ਵੱਧ ਕੇ ਵੀ ਗੱਲ ਹੋ ਗਈ ਉੱਥੇ ਤੇ। ਜਿਹੜਾ ਤੁਹਾਡੇ ਚੰਨੀ ਸਾਹਿਬ ਸੀ ਉਹ ਸਰੂਪਾ ਲੈਣ ਵਾਸਤੇ ਨਹੀਂ ਸੀ ਆਏ, ਉਹਨਾਂ ਕਹਿ ਦਿੱਤਾ ਸੀ ਮੈਂ ਸਰੂਪਾ ਲੈਣ ਨਹੀਂ ਆਇਆ, ਮੈਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ, ਗੁਰੂ ਦਾ ਸ਼ੀਰ ਲੈਣ ਵਾਸਤੇ ਆਇਆ, ਮੈਂ ਸ਼ੁਕਰਾਨਾ ਕਰਨ ਵਾਸਤੇ ਆਇਆ। ਉਹ ਪਹਿਲਾਂ ਕਹਿੰਦੇ ਸੀ ਨਹੀਂ ਤੇ ਉਹਨਾਂ ਵੱਲੋਂ ਕੋਈ ਨਾ ਨਹੀਂ ਸੀ ਹੈਗੀ, ਲੇਕਿਨ ਉਹ ਆਪ ਹੀ ਕਹਿੰਦੇ ਸੀ ਸਰੂਪੇ ਤੇ ਮੈਨੂੰ ਹੋਰ ਹੀ ਬੜੇ ਮਿਲ ਜਾਣੇ, ਲੇਕਿਨ ਮੈਨੂੰ ਗੁਰੂ ਦਾ ਆਸ਼ੀਰਵਾਦ ਲੱਗ ਜਾਂਦੇ। ਬਸ ਬਹੁਤ ਵੱਡੀ ਗੱਲ ਕਹੀ। ਮੈਂ ਕਹਿੰਦਾ ਕਿ ਚਲੋ ਨੀਵੇਂ ਸੋ ਬੌਰਾ ਹੋਏ ਵਾਲੀ ਗੱਲ ਹੈ ਵੀ ਜੇ ਉਹ ਆਉਂਦੇ ਸਰੋਪਾ ਨੇ ਦਿੱਤਾ, ਇੱਕ ਵਾਦ ਸ਼ੁਰੂ ਹੋਣਾ ਸੀ, ਇਹਨਾਂ ਨੇ ਦੇਣਾ ਨਹੀਂ ਸੀ, ਉੱਤੋਂ ਹੁਕਮ ਹੋਣਾ ਸੀ, ਉਹਨੇ ਪਹਿਲਾਂ ਹੀ ਕਵਰ ਕਰ ਲਿਆ ਕਿ ਮੈਂ ਸਰੋਪਾ ਉਹ ਹਿਸਾਬ ਨਹੀਂ ਲੈਣਾ ਹੈ। ਮੈਂ ਤੇ ਪਾਲਕੀ ਸਾਹਿਬ ਨੂੰ ਮੇਰੇ ਖਿਆਲ ਦੇ ਵਿੱਚ ਜੇ ਕਦੇ ਮਾੜੀ ਮੋਟੀ ਉੱਥੇ ਪਤਾ ਲੱਗ ਜਾਂਦਾ ਵੀ ਆਮ ਬੰਦੇ ਨੂੰ ਨਹੀਂ ਲਾਉਣ ਦਿੰਦੇ ਹੱਥ, ਵੀ ਇਹਨਾਂ ਨੂੰ ਵੀ ਮੁਸ਼ਕਲ ਨਾਲ ਹੱਥ ਲਾਉਣ ਦੇਣਾ ਸੀ ਉਹਨਾਂ ਨੇ, ਪਰ ਇਹ ਮੋਢਾ ਦੇ ਕੇ ਤਾਂ ਆਪਣਾ ਵੱਡਾ ਗੁਰੂ ਮਹਾਰਾਜ ਦਾ ਸਰੂਪਾ ਉਹ ਲੈ ਗਏ। ਹਾਂਜੀ ਚਲੋ ਹੁਣ ਪਾਲਕੀ ਤੇ ਸਾਹਿਬ ਦਾ ਤੇ ਤੁਸੀਂ ਮੋਢਾ ਦੇਤਾ ਸਿੱਧੂ ਸਾਹਿਬ ਤੇ CM ਸਾਹਿਬ ਪੰਜਾਬ ਦੇ ਚੰਨੀ ਸਾਹਿਬ, ਪਰ ਇਹ ਪਾਲਕੀ ਦੇ ਵਿੱਚ ਉਹੀ ਗੁਰੂ ਗ੍ਰੰਥ ਸਾਹਿਬ 1430 ਪਾਵਨ ਪਵਿੱਤਰ ਸੁਭਾਏਮਾਨ ਨੇ, ਜਿਨ੍ਹਾਂ ਦੇ ਸਰੂਪਾਂ ਦੀ ਬੇਅਦਬੀ ਅਗਲੇ ਨੇ ਛਾਤੀ ਚੌੜੀ ਕਰਕੇ ਇਸ਼ਤਿਹਾਰ ਲਾ ਕੇ ਬੇਅਦਬੀ ਕੀਤੀ, ਤੇ ਜਿਹਦਾ ਮਾਮਲਾ ਭਖਿਆ ਹੋਇਆ, ਤੇ ਤੁਸੀਂ ਵੀ ਕਹਿੰਦੇ ਕਿ ਅਸੀਂ ਉਹ ਮਸਲਾ ਹੱਲ ਕਰਵਾਵਾਂਗੇ। ਤੁਹਾਡੇ ਪਹਿਲੇ ਮੁੱਖ ਮੰਤਰੀ ਨੇ ਵੀ, ਤੇ ਹੁਣ ਤੁਸੀਂ ਵੀ ਕਿਹਾ ਕਿ ਅਸੀਂ ਇਹ ਇੱਕ ਬਹੁਤ ਵੱਡੀ, ਤੁਹਾਡੇ ਬਾਜਵਾ ਸਾਹਿਬ ਵੀ ਕਹਿ ਰਹੇ ਨੇ, ਤੁਹਾਡੀ ਬਾਕੀ ਕੈਬਨਿਟ ਵੀ ਕਹਿ ਰਹੀ ਹੈ, ਹੁਣ ਉਹੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੁਸੀਂ ਸਵੇਰੇ 7 ਉੱਠ ਕੇ ਅਰਲੀ ਮਾਰਨਿੰਗ ਨਤਮਸਤਕ ਹੋ ਕੇ ਤੇ ਮੋਢਾ ਦੇ ਕੇ ਆਏ ਹੋ, ਮੋਢਾ ਲਾ ਕੇ ਸੇਵਾ ਕਰਕੇ ਆਏ ਹੋ, ਉਹਦੀ ਬੇਅਦਬੀ ਦਾ ਮਾਮਲਾ ਹੁਣ ਕਿੱਥੇ ਖੜਦਾ ਤੁਹਾਡੇ ਰਾਜ ਦੇ ਵਿੱਚ? 100 ਦਿਨ ਨੇ ਤੁਹਾਡੇ ਕੋਲ, ਇਹ ਦੇਖਣ ਬੜਾ ਸਮਾਂ ਹੋਵੇਗਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਪੱਟੀ ਸਾਹਿਬ, ਕੱਲ ਮਿਲਦੇ ਆ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।